ਸਾਰਿਆਂ ਨੂੰ ਜੈ ਯਿਸੂ ਮਸੀਹ ਦੀ ਮਸੀਹ ਵਿੱਚ ਪਿਆਰਿਓ, ਅੱਜ ਅਸੀਂ ਸਾਰੇ ਮਿਲ ਕੇ ਪੈਂਤਕੋਸਤ ਦਿਵਸ ਮਨਾ ਰਹੇ ਹਾਂ। ਪਿਆਰਿਓ, ਪਿਛਲੇ ਰਵਿਵਾਰ ਅਸੀਂ ਪ੍ਰਭੂ ਯਿਸੂ ਮਸੀਹ ਸਵਰਗ ਵਿੱਚ ਚੜ ਜਾਣ ਦੀ ਈਦ ਮਨਾਇਆ ਹੈ। ਪ੍ਰਭੂ ਯਿਸੂ ਮਸੀਹ ਜੀ ਉੱਠਣ ਤੋਂ ਮਗਰੋਂ 40 ਦਿਨ ਉਸ ਦਿਨ ਉਹ ਸਵਰਗ ਵਿੱਚ ਚੜ ਜਾਣ ਦੀ ਈਦ ਮਨਾਇਆ ਹੈ। ਉਸ ਤੋਂ ਬਾਅਦ 10 ਦਿਨ ਤੋਂ ਬਾਅਦ ਇਹ ਰੂਹ ਪਾਕ ਰਸੂਲਾਂ ਦੇ ਉੱਤੇ ਉਤਰਦੇ ਹੋਏ ਅਸੀਂ ਇਸ ਦਿਵਸ ਨੂੰ ਮਨਾ ਰਹੇ ਹਾਂ। ਜੀ ਆ ਪਿਆਰਿਓ, ਅਸੀਂ ਸਵਰਗ ਵਿੱਚ ਚੜ ਜਾਣ ਦੀ ਈਦ ਤੋਂ ਲੈ ਕੇ ਅੱਜ ਤੱਕ 9 ਦਿਨਾਂ ਪੜ੍ਹਦੇ ਹੋਏ ਪਵਿੱਤਰ ਆਤਮਾ ਦੇ ਆਮਦ ਲਈ ਅਸੀਂ ਉਡੀਕਦੇ ਹੋਏ ਦੁਆ ਕੀਤੇ ਹਨ। ਜੀ ਆ ਪਿਆਰਿਓ, ਅੱਜ ਪਾਕ ਕਲੀਸਿਆ ਇਸ ਪੈਂਤਕੋਸਤ ਦੇ ਦਿਵਸ ਦੇ ਰਾਹੀਂ ਅਸਾਂ ਸਾਰਿਆਂ ਨੂੰ ਇਹ ਖੁਸ਼ੀ ਨੂੰ ਲੈ ਆ ਰਹੀ ਹੈ ਕਿ ਪ੍ਰਭੂ ਸਾਨੂੰ ਅਨਾਥ ਨਹੀਂ ਛੱਡਿਆ। ਸਾਡੇ ਲਈ ਇੱਕ ਮਦਦਗਾਰ ਹੈ, ਸਲਾਹਕਾਰ ਹੈ, ਜੋ ਆਸਾਨ ਸਾਰਿਆਂ ਨੂੰ ਉਸ ਪ੍ਰਭੂ ਦੇ ਮੁਕਤੀਦਾਇਕ ਕੰਮਾਂ ਵੱਲ ਲੈ ਜਾਵੇਗਾ। ਜੀ ਹਾਂ ਪਿਆਰਿਓ, ਸਭ ਤੋਂ ਪਹਿਲਾਂ ਇਸ ਸ਼ਬਦ ਉੱਤੇ ਮਨ ਚਿੰਤਨ ਕਰੀਏ। ਪੈਂਤਕੋਸਤ ਯੂਨਾਨੀ ਭਾਸ਼ਾ ਦੇ ਵਿੱਚ 5ਵਾਂ ਦਿਨ ਹੈ। ਇਸ ਦਿਨ ਯਹੂਦੀ ਲੋਕ ਜੋ ਆਪਣੇ ਖੇਤਾਂ ਵਿੱਚ ਜਿਹੜੇ ਫਸਲ ਕਾਟਿਆ ਹੈ, ਉਸ ਫਸਲ ਨੂੰ ਪ੍ਰਭੂ ਦੇ ਮੰਦਿਰ ਵਿੱਚ ਲੈ ਆਏ, ਚੜਾਇਆ ਹੈ, ਬਰਕਤ ਪਾਈ ਨੇ। ਪ੍ਰਭੂ ਦਾ ਧੰਨਵਾਦ ਸਮਾਂ ਸੀ। ਉਸੇ ਤਰ੍ਹਾਂ ਉਸੇ ਦਿਨ ਜਿਹੜੇ ਲੋਕ ਇਸ ਪੈਂਤਕੋਸਤ ਦਿਵਸ ਮਨਾ ਰਹੇ ਸਨ, ਕਲੀਸਿਆ ਅੱਜ ਪੈਂਤਕੋਸਤ ਦਿਵਸ ਨੂੰ ਮਨਾ ਰਹੇ ਹਨ। ਕਿਉਂ? ਅਸਾਂ ਸਾਰਿਆਂ ਲਈ ਪਵਿੱਤਰ ਆਤਮਾ ਗੁਰੂ ਪਾਕ ਦਾ ਆਮਦ ਅਸਾਂ ਸਾਰਿਆਂ ਲਈ ਇੱਕ ਫਜ਼ਲ ਨੂੰ ਇਕੱਠੇ ਕਰਨ ਦਾ ਸਮਾਂ ਹੈ। ਜਿਹੜਾ ਪ੍ਰਭੂ ਯਿਸੂ ਮਸੀਹ ਨੇ 3 ਸਾਲ ਖਾਸ ਤੌਰ ਤੇ ਆਮ ਜਨਤਾ ਦੇ ਨਾਲ ਮਿਲ ਕੇ ਜਿਹੜੇ ਕੰਮ ਕੀਤੇ ਨੇ, ਖਾਸ ਤੌਰ ਤੇ ਆਪਣੀ ਪਾਤਸ਼ਾਹੀ ਦੇ ਬਾਰੇ ਪ੍ਰਚਾਰ ਕੀਤੇ ਨੇ, ਉਹਦਾ ਜੋ ਫਜ਼ਲ ਇਹ ਪਵਿੱਤਰ ਆਤਮਾ ਦੇ ਵਰਦਾਨ ਦੇ ਨਾਲ ਇੱਕ शुरुआत हो रही है। इसलिए प्यारियों, ये उचित अते योग है कि इस दिन पैंतकोस्त वजों मना रहे हैं। नाल ही प्रभु यीशु मसीह दी जो कामां दे राही जो रूह ਨੂੰ ਬਚਾਇਆ ਹੈ, ये कलीसिया ਦੇ ਲਈ ਇੱਕ ਫਜ਼ਲਾਂ ਦਾ ਦਿਵਸ ਹੈ। ਜੀ ਹਾਂ ਪਿਆਰਿਓ, ਇਸ ਗੱਲ ਨੂੰ ਤੁਸੀਂ ਮਨ ਵਿੱਚ ਰੱਖਦੇ ਹੋਏ ਆਵੋ ਸਾਡੇ ਅੱਜ ਦੇ ਮਨਨ ਚਿੰਤਨ ਨੂੰ ਜਾਰੀ ਰੱਖੀਏ। ਜੋ ਸਾਡੇ ਨਾਈਸੀਨ ਕ੍ਰੀਡ ਆਖਦੇ ਹਨ, ਯਾਨੀ ਕਲੀਸਿਆ ਦੇ ਈਮਾਨ ਜੋ ਪ੍ਰਗਟ ਕਰਦੇ ਹਾਂ, ਉਸ ਵਿੱਚ ਇੱਕ ਸ਼ਬਦ ਹੈ ਰੂਪਕ ਦੇ ਲਈ, ਜੋ ਰੂਪਕ ਜੀਵਨ ਦੇने वाला है। जी हाँ प्यारियों, ये जीवन देने वाला प्रभु खुदा ਨੂੰ ਅਸੀਂ ਵੇਖਦੇ ਹਾਂ। ਇਹ ਸ਼ੁਰੂ ਤੋਂ ਹੀ ਸਾਡੇ ਵਿੱਚ ਹਾਜ਼ਰ ਨੇ। ਪਾਕ ਤਸਲੀਸ ਖੁਦਾ ਵਿੱਚ 3 ਸ਼ਖਸ ਨੇ, ਬਾਪ, ਬੇਟਾ, ਰੂਪਕ। ਇਹ ਰੂਪਕ ਇਹ ਤੀਜਾ ਉਹ ਸ਼ਖਸ ਨੇ। ਇਹ 3 ਸ਼ਖਸ ਇੱਕ ਖੁਦਾ ਨੇ। ਇਸ ਇੱਕ ਖੁਦਾ ਅਸੀਂ ਸ਼ੁਰੂ ਵਿੱਚੋਂ ਜਦ ਖੁਦਾ ਬਾਪ ਨੇ ਇਸ ਧਰਤੀ ਨੂੰ ਰਚਨਾ ਕੀਤੀ ਹੈ, ਜੋ ਪਾਕ ਕਲਾਮ ਸਾਨੂੰ ਦੱਸਦਾ ਹੈ, ਉਤਪਤੀ ਗ੍ਰੰਥ ਉਹਦਾ 1 ਬਾਬ ਆਇਤ 2 ਵਿੱਚ ਅਸੀਂ ਪੜ੍ਹਦੇ ਹਾਂ, ਪਰਮੇਸ਼ਵਰ ਜੋ ਇਸ ਧਰਤੀ ਨੂੰ ਰਚਾਇਆ ਹੈ, ਉਸ ਵੇਲੇ ਪਾਣੀ ਉੱਤੇ ਮੰਡਲਾ ਰਿਹਾ ਸੀ ਆਤਮਾ। ਜੀ ਹਾਂ ਪਿਆਰਿਓ, ਸ਼ੁਰੂ ਵਿੱਚ ਹੋਏ ਇਹ ਰੂਪਕ, ਇਹ ਆਤਮਾ, ਇਹ ਪਵਿੱਤਰ ਆਤਮਾ, ਇਹ ਸਾਡੇ ਰਚਨਾ ਤੋਂ ਹੀ ਸ਼ੁਰੂ ਹੋ ਰਹੇ ਨੇ, ਸਾਡੇ ਵਿੱਚ ਹਾਜ਼ਰ ਨੇ।
ਉਸੇ ਤਰ੍ਹਾਂ ਅਸੀਂ ਵੇਖਦੇ ਹਾਂ ਲੂਕਾ ਦੀ ਅੰਜਲ ਉਹਦਾ 1 ਬਾਬ ਆਇਤ 35 ਵਿੱਚ, ਜਦ ਫਰਿਸ਼ਤਾ ਨੇ ਮਾਂ ਮਰੀਮ ਨੂੰ ਸਲਾਮ ਬੁਲਾਣੇ ਆਈ ਹੈ, ਔਰ 35 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਰੂਹ ਪਾਕ ਤੇਰੇ ਉੱਤੇ ਉਤਰੇਗਾ, ਤੁਸੀਂ ਗਰਭਵਤੀ ਹੋਵੇਗੀ। ਜੀ ਹਾਂ ਪਿਆਰਿਓ, ਰੂਹ ਪਾਕ ਦੀ ਸ਼ਕਤੀ ਨਾਲ ਕੁਆਰੀ ਮਰੀਮ ਪ੍ਰਭੂ ਯਿਸੂ ਮਸੀਹ ਨੂੰ ਧਾਰਨ ਕੀਤਾ ਹੈ। ਔਰ ਅੱਗੇ ਵਧਦੇ ਹੋਏ ਅਸੀਂ ਵੇਖਦੇ ਹਾਂ ਰਸੂਲਾਂ ਦੇ ਕਰਤਬ ਉਹਦਾ 2 ਬਾਬ ਆਇਤ 1 ਤੋਂ ਲੈ ਕੇ 11 ਤੱਕ, ਜਿਹੜੇ ਅੱਜ ਦਾ ਪਹਿਲਾ ਪਾਠ ਹੈ, ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਰੂਹ ਪਾਕ ਅੱਗ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਉਤਰਾ ਅਤੇ ਉਹਨਾਂ ਨੂੰ ਸ਼ਕਤੀ ਨਾਲ, ਸਮਰੱਥਾ ਦੇ ਨਾਲ ਉਹਨਾਂ ਨੂੰ ਭਰਪੂਰ ਕੀਤਾ। ਅਤੇ ਰਸੂਲਾਂ ਦੇ ਕਰਤਬ ਉਹਦਾ 1 ਬਾਬ ਆਇਤ 8 ਵਿੱਚ ਪੜ੍ਹਦੇ ਹਾਂ ਕਿ ਰੂਹ ਪਾਕ ਨੂੰ ਉਹ ਗ੍ਰਹਿਣ ਕਰਦਿਆਂ ਹੋਇਆਂ ਉਹ ਸਾਰੇ ਯਰੂਸ਼ਲਮ, ਸਮਾਰੀਆ, ਯਹੂਦੀਆਂ, ਇਹ ਸਾਰੇ ਦੁਨੀਆ ਦੇ ਅੱਧਾਂ ਤੱਕ ਉਹ ਮਸੀਹ ਦੇ ਲਈ ਇੱਕ ਗਵਾਹ ਬਣੇ ਨੇ ਇਹ ਰਸੂਲਾਂ ਨੇ। ਜੀ ਹਾਂ ਪਿਆਰਿਓ, ਇਸ 3 ਮੁੱਖ ਗੱਲਾਂ ਵਿੱਚ ਅਸੀਂ ਕੀ ਸੁਣ ਰਹੇ ਹੋ ਕਿ ਪ੍ਰਭੂ ਦੀ ਆਤਮਾ ਸਾਡੇ ਉੱਤੇ ਹੈ। प्रभु की आत्मा जीवन देने वाला है। प्रभु की आत्मा सानू समर्थ देने वाला है। पवित्र आत्मा शक्ति देने वाला है। पवित्र आत्मा आसा सारियां नू प्रभु यीशु मसीह दे गवाह दे वजों सानू भेजने ने, चुनते ने। आओ प्यारियो, इस गल नू मन विच रखदे होइए असीं वेखदे हां यूहन्ना दी अंजल ओदा 20 बाब आयत 22 विच असीं पढ़दे हां जो आज दे पवित्र अंजल विचों कि जद प्रभु यीशु मसीह जीवन तो मगरों वक समां विच रसूलां नूं, चेहरियां नूं दर्शन दिता और खास तौर ते इस आयत विच असीं पढ़दे हां कि प्रभु ने सुआसा फूकी रसूलां तो अते उन्हां नूं कहा रूह पाक लवो, रूह पाक ग्रहण करो, स्वीकार करो। जी हाँ प्यारियों, ये रूह पाक वो शक्ति वरदान दे प्रकट करदा है जिहड़े उत्पत्ति ग्रंथ विच असीं वेखदे हां जो उस मिट्टी तो बनाए हुए उस पुतले उत्ते आप खुदा बाप ने अपने फूक मारिया, उन्हां नूं जीवन प्रदान कीती है। उसे तरह जिहड़े लोग डरे हुए लोकां नूं जिहड़े रूह दी शक्ति नूं फूके उन्हां नूं और प्रभु दी आशीष नाल भरपूर कर रहे हैं। जी हाँ प्यारे, उसे तरह एसेकियल दी नबी ते ग्रंथ ओदा 37 बाब आयत 1 तो असीं पढ़ रहे हैं जिस तरह सुकी हुई हड्डी नूं प्रभु अपने श्वास दे नाल वो उन्हां नूं जीवन प्रदान करदा है। जी हाँ प्यारियों, इस जिहड़े प्रभु दियां जो श्वास भरियां जीवन साडे नाल आ रहा है, ये शक्ति जीवन नूं अनुभव प्रकट करदा है। असीं वेखदे हां गलातियां दी पत्र विचों ओदा 2 बाब आयत 2 विच असीं पढ़दे हां इस रूह दी शक्ति वरदान दे नाल लोकां नूं फल मिलदा है। प्यार तो लेकर शुद्धता तक 12 फल पवित्र आत्मा दे वल्लों सानूं मिल रही है। उसे तरह से पढ़दे हां पहला कुरिन्थियों 11 बाब आयत 1 विच असीं पढ़दे हां कि जिहड़े लोग भी रूह दी शक्ति नाल मसा होए ने वो प्रभु दी पैरवी करन लई तैयार हो जांदे ने। जी हाँ प्यारियों, इस गल नूं मन विच रखदे होए 3 गल्लां तुहाडे सामने अज प्रकट करना चाहुंदा हां। पहला है तुसीं वेख रहे हो जिहड़े रसूलां ने प्रभु यीशु मसीह दे नाल 3 साल अपने कार्यभार संभाला, उस वेले ये सारे उन्हां दे नाल सी। जब प्रभु यीशु मसीह ने मर गया है, ये सारे डर गए ने, वो सोचिया है इस बाद साड़ा जिंदगी कुछ भी नहीं है। लेकिन प्रभु बंद कमरे विच रहने वाले उस रसूलां नूं प्रभु दी आत्मा भेज रहा है। और असीं पढ़दे हां यूहन्ना दी अंजल ओदा 14 बाब आयत 26 पढ़दे हां मैं हुण जा रहा हां, तुहाडे लई मैं एक मददगार भेजांगा। ਉਹਦੇ ਵਾਅਦਾ ਦੇ ਮੁਤਾਬਕ ਰੂਹ ਪਾਕ ਉਹਨਾਂ ਦੇ ਵਿਚਕਾਰ ਲੈ ਆਏ ਨੇ।
ਪ੍ਰਭੂ ਨੇ। ਅਤੇ ਜੋ ਡਰ ਦੇ ਮਾਰੇ ਜੋ ਬੰਦ ਕਮਰੇ ਵਿੱਚ ਹੋਏ ਇਹ ਰਸੂਲਾਂ ਨੇ ਹੁਣ ਬਾਹਰ ਜਾ ਰਹੇ ਹਨ, ਪੂਰੇ ਯਰੂਸ਼ਲਮ ਜਾ ਰਹੇ ਹਨ, ਯਹੂਦੀਆ ਸਮਾਰੀਆ ਇਹ ਸਾਰੇ ਖੇਤਰਾਂ ਵਿੱਚ ਜਾ ਰਹੇ ਹਨ ਅਤੇ ਪ੍ਰਭੂ ਦੀ ਪਾਕ ਕਲਾਮ ਨੂੰ ਸੁਣ ਰਹੇ ਹਨ। ਔਰ ਇਹ ਰੂਹ ਦੀ ਸ਼ਕਤੀ ਨਾਲ ਹੀ ਮਸੀਹ ਦਾ ਕਲਾਮ ਨੂੰ ਪ੍ਰਚਾਰ ਕਰਦੇ ਹਨ। ਇਸ ਲਈ ਪਿਆਰਿਓ, ਜਿਹੜੇ ਲੋਕ ਭੈਭੀਤ ਸਨ, ਡਰਦੇ ਹੋਏ ਸਨ, ਹੁਣ ਬੜੇ ਦਲੇਰੀ ਦੇ ਨਾਲ ਬਾਹਰ ਜਾ ਰਹੇ ਨੇ। ਇਸ ਲਈ ਜੋ ਸਭ ਤੋਂ ਪਹਿਲਾਂ ਜੋ ਵਰਦਾਨ ਉਹਨਾਂ ਨੂੰ ਮਿਲਦਾ ਹੈ ਰੂਹ ਦੀ ਸ਼ਕਤੀ ਦੇ ਨਾਲ, ਇਹ ਡਰ ਦੂਰ ਹੋ ਜਾਂਦੀ ਹੈ। ਪ੍ਰਭੂ ਦੀ ਦਲੇਰੀ ਦੇ ਨਾਲ ਵੇ ਅੱਗੇ ਜਾ ਰਹੇ ਨੇ। ਦੂਜੀ ਗੱਲ ਹੈ, ਇਹ ਲੋਕ ਜਿਹੜੇ ਲੋਕ ਸਵਾਰਥੀ ਭਰੀ ਜ਼ਿੰਦਗੀ ਦੇ ਰਾਹ ਹੀ ਆਪਣੀ ਜ਼ਿੰਦਗੀ ਨੂੰ ਗੁਜ਼ਾਰੇ ਸਨ, ਉਹਨਾਂ ਸਵਾਰਥੀ ਭਰੀ ਜ਼ਿੰਦਗੀ ਨਹੀਂ ਹੈ, ਸਗੋਂ ਉਹ ਲੋਕਾਂ ਦੀ ਭਲਾਈ ਦੇ ਲਈ ਆਪਣੇ ਕੰਮ ਕਰਨ ਲਈ ਅੱਗੇ ਜਾ ਰਹੇ ਨੇ। ਇਸ ਭਲਾਈ ਕੰਮ ਕਰਨ ਲਈ ਰੂਹ ਆਪਣੇ ਵੱਖ-ਵੱਖ ਵਰਦਾਨ ਦੇ ਰਾਹ ਹੀ ਉਹਨਾਂ ਨੂੰ ਮਾਲਾਮਾਲ ਕਰਦੇ ਹਨ। ਅਤੇ ਦੂਜੇ ਪਾਠ ਵਿੱਚ ਪਹਿਲਾ ਕੁਰਿੰਥੀਆਂ 12 ਬਾਬ ਆਇਤ 3 ਤੋਂ ਲੈ ਕੇ 7 ਤੱਕ ਅਸੀਂ ਪੜ੍ਹ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਰੂਹ ਦੀ ਸ਼ਕਤੀ ਵਰਦਾਨ ਸਾਨੂੰ ਇਸ ਲਈ ਦਿੱਤਾ ਗਿਆ ਹੈ, ਵੱਖ-ਵੱਖ ਕੰਮਾਂ ਦੇ ਲਈ, ਦੂਜੇ ਲੋਕਾਂ ਦੀ ਭਲਾਈ ਲਈ ਦਿੱਤਾ ਗਿਆ ਹੈ। ਜੀ ਹਾਂ ਪਿਆਰਿਓ, ਜਦ ਰੂਹ ਪਾਕ ਸਾਡੇ ਉੱਤੇ ਹੈ, ਅਸੀਂ ਵੀ ਭਲਾਈ ਕੰਮ ਕਰ ਜੋ ਚੰਗੇ ਭਲੇ ਕੰਮ ਕਰਨ ਲਈ ਅੱਗੇ ਵਧਣ ਲਈ ਸਾਨੂੰ ਉਹ ਆਸ਼ੀਸ਼ ਦੇ ਰਹੀ ਹਨ। ਉਸੇ ਤਰ੍ਹਾਂ ਅਸੀਂ ਆਪਣੇ ਰਸੂਲਾਂ ਦੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਵੇਖਦੇ ਹਾਂ, ਰੂਹ ਦੀ ਸ਼ਕਤੀ ਨਾਲ ਮਸਾ ਹੋ ਕੇ ਉਹ ਯਿਸੂ ਦਾ ਨਾਮ ਪੁਕਾਰਨ ਲਈ ਉਹ ਅਗਵਾਈ ਕੀਤਾ ਜਾਂਦਾ ਹੈ। ਕੋਈ ਵੀ ਪ੍ਰਭੂ ਯਿਸੂ ਹੀ ਮਸੀਹ ਹੈ ਨਹੀਂ ਕਹਿ ਸਕਦਾ ਜਦ ਤੱਕ ਰੂਹ ਉਹਨਾਂ ਦੇ ਉੱਤੇ ਉਤਰੇ। ਇਸ ਲਈ ਪਿਆਰਿਓ, ਰੂਹ ਦੀ ਸ਼ਕਤੀ ਨਾਲ ਮਸਾ ਹੋਏ ਇਹ ਰਸੂਲਾਂ ਬਾਹਰ ਜਾ ਕਰ ਇਹ ਕਹਿੰਦਾ था, ਜਿਨਨੇ ਪ੍ਰਭੂ ਨੂੰ ਤੁਸੀਂ ਕ੍ਰੂਸਿਤ ਕੀਤਾ ਹੈ, ਸਲੀਬ ਉਤੇ ਚੜਾਇਆ ਹੈ, ਹੁਣ ਉਹ ਜਿੰਦਾ ਹੈ। ਜੀ ਹਾਂ ਪਿਆਰਿਓ, ਯਿਸੂ ਦਾ ਨਾਮ ਜੋ ਪੁਕਾਰਨ ਦੀ ਸ਼ਕਤੀ ਰੂਹ ਪਾਕ ਦਿੰਦਾ ਹੈ। ਇਸ ਲਈ ਪਿਆਰਿਓ, ਰੂਹ ਪਾਕ ਦੀ ਸ਼ਕਤੀ ਦੇ ਨਾਲ ਹੀ ਕਲੀਸਿਆ ਅਸਾਂ ਸਾਰਿਆਂ ਨੂੰ ਬਪਤਿਸਮਾ ਦਿੰਦਾ ਹੈ। ਇਸ ਲਈ ਜੋ ਕਲੀਸਿਆ ਵਿੱਚ ਰੂਹ ਪਾਕ ਨਹੀਂ ਹੈ, ਜ਼ਰੂਰ ਸਾਨੂੰ ਜੀਵਨ ਨਹੀਂ ਹੈ। ਇਸ ਲਈ ਬਾਪ, ਬੇਟਾ, ਰੂਹ ਪਾਕ ਇਹ ਤਿੰਨੋਂ ਸ਼ਖਸ ਇੱਕ ਮਿਕ ਹੋकर ਕੰਮ ਕਰਦੇ ਨੇ। ਇੱਕ ਨੂੰ ਵੱਖਰਾ ਕਰਦੇ ਹੋਏ ਅਸੀਂ ਮੁਕਤੀਦਾਇਕ ਕੰਮਾਂ ਨੂੰ ਅਸੀਂ ਵੇਖ ਨਹੀਂ ਸਕਦੇ ਹਾਂ, ਪਰਖ ਨਹੀਂ ਸਕਦੇ ਹਾਂ। ਪਰ ਪਿਆਰਿਓ, ਇਸ ਲਈ ਰੂਹ ਪਾਕ ਸਾਨੂੰ ਉਸ ਕੰਮਾਂ ਵੱਲ ਲੈ ਜਾਂਦੇ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਮੁਕਤੀਦਾਇਕ ਕੰਮਾਂ ਦੇ ਰਾਹੀਂ ਆਪਣੇ ਖੁਦਾ ਦੇ ਬਾਰੇ ਸਾਨੂੰ ਦੱਸਿਆ ਹੈ। ਇਸ ਲਈ ਪ੍ਰਭੂ ਕਹਿੰਦਾ, ਯਿਸੂ ਕਹਿੰਦਾ ਹੈ, ਜੋ ਮੈਨੂੰ ਵੇਖਿਆ ਹੈ ਮੇਰੇ ਬਾਪ ਨੂੰ ਵੇਖਿਆ ਹੈ, ਜੋ ਮੇਰੇ ਨਾਲ ਰਹਿੰਦਾ ਹੈ ਉਹ ਮੇਰੇ ਖੁਦਾ ਦੇ ਨਾਲ ਰਹਿੰਦਾ ਹੈ। ਜੀ ਹਾਂ ਪਿਆਰਿਓ, ਉਹ ਰੂਹ ਸ਼ਕਤੀ ਅਸਾਂ ਸਾਰਿਆਂ ਨੂੰ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਕੰਮ ਕੀਤਾ ਹੈ ਉਹਦਾ ਮੁਕੰਮਲ ਕਰਨ ਲਈ ਰੂਹ ਦੀ ਸ਼ਕਤੀ ਨੂੰ ਸਾਡੇ ਵਿਚਕਾਰ ਕੱਲਿਆ ਹੈ। ਇਸ ਲਈ ਪਿਆਰਿਓ, ਤੀਜੀ ਗੱਲ ਤੁਸੀਂ ਯਾਦ ਰੱਖਣਾ ਹੈ, ਜਿੰਨੇ ਵੀ ਭੈਣ ਭਰਾ ਖਾਸ ਤੌਰ ਤੇ ਰਸੂਲਾਂ ਨੇ ਪਰੇਸ਼ਾਨੀ ਵਿੱਚ ਸੀ, ਡਗਮਾਇਆ ਹੋਇਆ ਸੀ ਆਪਣੇ ਇਮਾਨ ਵਿੱਚ, ਹੁਣ ਉਹ ਸ਼ਾਂਤੀ ਨੂੰ ਮਹਿਸੂਸ ਕਰ ਰਹੇ ਹਨ, ਉਹ ਸ਼ਕਤੀਸ਼ਾਲੀ ਦਾ ਅਨੁਭਵ ਕਰ ਰਹੇ ਹਨ ਅਤੇ ਪ੍ਰਭੂ ਦੇ ਨਾਲ ਮੇਲ ਮਿਲਾਪ ਦੀ ਸ਼ਕਤੀ ਨੂੰ ਅਨੁਭਵ ਕਰ ਰਹੇ ਹਨ। ਇਸ ਲਈ ਪ੍ਰਭੂ ਆਖਦੇ ਹਨ, ਤੁਹਾਨੂੰ ਸ਼ਾਂਤੀ ਮਿਲੇ। ਇਹ ਸ਼ਾਂਤੀ ਦੇ ਰਾਹ ਹੀ ਉਹਨਾਂ ਨੂੰ ਇਹ ਸਿੱਖਿਆ ਦਿੰਦੇ ਹਨ, ਜਿੰਨਾ ਵੀ ਪਾਪ ਤੁਸੀਂ ਮਾਫ ਕਰੋਗੇ ਉਹਨਾਂ ਦਾ ਪਾਪ ਮਾਫ ਕੀਤਾ ਜਾਓਗੇ, ਔਰ ਜਿਨ੍ਹਾਂ ਦੀ ਤੁਸੀਂ ਕਾਇਮ ਰੱਖੋਗੇ ਉਹਨਾਂ ਦਾ ਵੀ ਉਹ ਕਾਇਮ ਰੱਖਣਗੇ। ਜੀ ਹਾਂ ਪਿਆਰਿਓ, ਜੋ ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯਿਸੂ ਮਸੀਹ ਰਸੂਲਾਂ ਨੂੰ ਆਪਣੀ ਸ਼ਾਂਤੀ ਸੰਦੇਸ਼ ਦਿੱਤਾ ਹੈ, ਉਹਦੇ ਰਾਹ ਹੀ ਇਹ ਮੇਲ ਮਿਲਾਪ ਇੱਕ ਦੂਜੇ ਦੇ ਨਾਲ ਹੋਣ ਲਈ ਉਹ ਬੁਲਾਵਾ ਦਿੰਦਾ ਹੈ। ਜੀ ਹਾਂ ਪਿਆਰਿਓ, ਤੁਸੀਂ ਇਹਨਾਂ ਚੰਗੀ ਗੱਲ ਨੂੰ ਆਪਣੇ ਮਨ ਵਿੱਚ, ਦਿਲ ਵਿੱਚ ਰੱਖਦੇ ਹੋਏ ਤੁਸੀਂ ਵੀ ਜੋ ਵੀ ਤੁਹਾਡੇ ਮਨ ਵਿੱਚ, ਦਿਲ ਵਿੱਚ ਡਰ ਹੈ, ਖੌਫ ਹੈ, ਉਸ ਨੂੰ ਦੂਰ ਕਰੋ, ਖੁਦਾ ਪ੍ਰਸਤ ਲੋਕ ਬਣੋ ਅਤੇ ਤੁਸੀਂ ਹਮੇਸ਼ਾ ਪ੍ਰਭੂ ਦੇ ਵੱਲ ਅੱਗੇ ਵਧੋ। ਇਸ ਲਈ ਡਰ ਨੂੰ ਦੂਰ ਕਰੋ ਅਤੇ ਦਲੇਰੀ ਦੇ ਨਾਲ ਪ੍ਰਭੂ ਦੇ ਵੱਲ ਅੱਗੇ ਵਧੋ। ਦੂਜਾ ਹੈ, ਸਵਾਰਥੀ ਭਰੀ ਜ਼ਿੰਦਗੀ ਨੂੰ ਦੂਰ ਕਰੋ ਅਤੇ ਤੁਸੀਂ ਈਮਾਨ ਭਰੀ ਯਾਤਰਾ ਵਿੱਚ ਮਜ਼ਬੂਤ ਹੋ ਕੇ ਪਰਉਪਕਾਰੀ ਕੰਮਾਂ ਵਿੱਚ ਅੱਗੇ ਵਧੋ। ਤੀਜਾ ਹੈ, ਪਰੇਸ਼ਾਨੀ ਤੋਂ ਤੁਸੀਂ ਛੁਟਕਾਰਾ ਪਾਓ ਅਤੇ ਤੁਸੀਂ
ਪ੍ਰਭੂ ਦੀ ਸ਼ਾਂਤੀ ਨੂੰ ਅਨੁਭਵ ਕਰੋ ਅਤੇ ਪ੍ਰਭੂ ਦੇ ਮੇਲ ਮਿਲਾਪ ਵਿੱਚ ਵਸਿਲਾ ਬਣੋ। ਆਓ ਪਿਆਰਿਓ, ਇਹ ਹੈ ਪੈਂਤਕੋਸਤ ਦਾ ਦਿਵਸ ਹੈ। ਇਹ ਪੈਂਤਕੋਸਤ ਪੰਜਵਾਂ ਦਿਨ ਵਿੱਚ ਜੋ ਅਦਭੁਤ ਕਾਰਜ ਪ੍ਰਭੂ ਨੇ ਕੀਤਾ ਹੈ, ਤੁਹਾਡੇ ਮਨ ਵਿੱਚ ਵੀ ਉਹ ਪੈਂਤਕੋਸਤ ਦਾ ਅਨੁਭਵ ਪ੍ਰਗਟ ਹੋਵੇ। ਤੁਸੀਂ ਹਰੇਕ ਮਸੀਹ ਭੈਣ ਭਰਾ ਇੱਕ ਪੈਂਤਕੋਸਤ ਹੋਣਾ ਹੈ, ਕਿਉਂ ਜੋ ਤੁਹਾਨੂੰ ਵੇਖ ਕੇ ਰੂਹ ਦੀ ਸ਼ਕਤੀ ਨੂੰ ਉਹ ਵੀ ਅਨੁਭਵ ਕਰੇ, ਜਿਹਦੇ ਰਾਹੀਂ ਉਹ ਵੀ ਪ੍ਰਭੂ ਦੀ ਵਡਿਆਈ ਵਿੱਚ ਸ਼ਾਮਿਲ ਹੋਣ ਦੇ ਵਰਦਾਨ ਮਿਲੇ। ਆਓ ਪਿਆਰਿਓ, ਅੱਜ ਪੈਂਤਕੋਸਤ ਦਾ ਇਸ ਦਿਵਸ ਨੂੰ ਮਨਾਉਂਦੇ ਹੋਏ ਤੁਸੀਂ ਇਸ ਨੂੰ ਯਾਦ ਰੱਖੋ ਕਿ ਪ੍ਰਭੂ ਦੇ ਅੱਗੇ ਦੁਆ ਕਰੋ। ਸਾਡੀ ਭੈਣ ਭਰਾ ਜੋ ਮਹਾਮਾਰੀ ਵਾਇਰਸ ਵਿੱਚ ਪੀੜਿਤ ਹੋਏ, ਉਹਨਾਂ ਲੋਕਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਰੱਖਦੇ ਹੋਏ 3 ਵਾਰ ਸਲਾਮ ਆਖੋ। 3 ਵਾਰ ਤੁਸੀਂ ਐਸਾ ਡੱਬਾ ਆਖਦੇ ਹੋਏ ਤੁਸੀਂ ਪ੍ਰਭੂ ਦੇ ਅੱਗੇ ਆਸ਼ੀਸ਼ ਮੰਗੋ ਕਿ ਸਾਰੇ ਪੀੜਿਤ ਹੋਏ ਲੋਕ, ਡਰਦੇ ਮਾਰੇ ਕਮਰਾ ਵਿੱਚ ਬੰਦੇ ਹੋਏ ਇਹ ਸਾਰੇ ਲੋਕ ਚੰਗਾਈ ਪਾਵੇ, ਸ਼ਿਫਾ ਪਾਏ ਔਰ ਰੂਹ ਦੀ ਸ਼ਕਤੀ ਨਾਲ ਮਸਾ ਹੋ ਕੇ ਅੱਗੇ ਵਧਣ ਦੀ ਪ੍ਰਭੂ ਕਿਰਪਾ ਬਖਸ਼ੇ। ਆਓ ਅਸੀਂ ਸਾਰੇ ਮਿਲ ਕੇ ਔਰ ਇੱਕ ਵਾਰ ਇਸ ਪੈਂਤਕੋਸਤ ਦੀ ਵਧਾਈ ਦਿੰਦੇ ਹੋਏ ਅਸੀਂ ਰੂਹ ਪਾਕ ਦੀ ਸ਼ਕਤੀ ਨੂੰ ਅਨੁਭਵ ਕਰੇ, ਕਿਉਂ ਜੋ ਇਸ ਰੂਹ ਪਾਕ ਦੀ ਸ਼ਕਤੀ ਵਰਦਾਨ ਦੇ ਨਾਲ ਹੀ ਕਲੀਸਿਆ ਦੀ ਗੁਜ਼ਾਰੀ ਹੋਈ ਹੈ। ਇਸ ਲਈ ਅੱਜ ਵੀ ਅਸੀਂ ਹੈਪੀ ਬਰਥਡੇ ਵੀ ਆਖਦੇ ਹਾਂ, ਕਿਉਂ ਜੋ ਅੱਜ ਦਾ ਦਿਨ ਜੋ ਕਲੀਸਿਆ ਦੀ ਗੁਜ਼ਾਰੀ ਹੋਈ ਹੈ। ਆਓ ਪਿਆਰਿਓ, ਤੁਹਾਨੂੰ ਤੁਹਾਡੇ ਸਾਰੇ ਲੋਕਾਂ ਨੂੰ ਪੈਂਤਕੋਸਤ ਦਿਵਸ ਦੀਆਂ ਈਦ ਦੀ ਵਧਾਈਆਂ ਦਿੰਦੇ ਹੋਏ ਤੁਸੀਂ ਸਾਰਿਆਂ ਨੂੰ ਔਰ ਇੱਕ ਵਾਰ ਰੂਹ ਦੀ ਸ਼ਕਤੀ ਤੁਹਾਡੇ ਉੱਤੇ ਉਤਰਨ ਲਈ ਦੁਆ ਕਰਦੇ ਹਾਂ। ਰੂਹ ਦੀ ਸ਼ਕਤੀ ਨਾਲ ਮਸਾ ਹੋ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਓ, ਤਾਂ ਜੋ ਤੁਹਾਨੂੰ ਵੇਖ ਕੇ ਸਵਰਗ ਬਾਪ ਦੀ ਵਡਿਆਈ ਹੋਵੇ ਅਤੇ ਪ੍ਰਭੂ ਯਿਸੂ ਮਸੀਹ ਦੀ ਉਸਤਤ ਹੋਵੇ ਅਤੇ ਰੂਹ ਦੀ ਸ਼ਕਤੀ ਨਾਲ ਜੁੜੇ ਰਹੀਏ। ਬਾਪ ਅਤੇ ਬੇਟੇ ਤੇ ਰੂਹ ਦੇ ਨਾਮ ਉੱਤੇ ਆਮੀਨ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ